ਬੇਅਦਬੀ ਅਕਾਲੀ ਦਲ ਨੇ ਨਹੀਂ ਕਰਵਾਈ ਤਾਂ ਬੇਅਦਬੀ ਕਰਵਾਉਣ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ, ਇਸ ਗੱਲ ਦਾ ਵੱਧ ਰੋਸ ਹੈ। ਬਹੁਤ ਸਾਰੇ ਲੀਡਰ ਦੱਬੀ ਜ਼ੁਬਾਨ ਦੇ ਵਿੱਚ ਇਹ ਕਹਿੰਦੇ ਆ ਕਿ ਹਾਂ ਹੁਣ ਅਕਾਲੀ ਦਲ ਨੂੰ ਜੇ ਬਚਾਉਣਾ ਹੈ ਤਾਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹ ਦੇਣਾ ਚਾਹੀਦਾ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਵਲਟੋਆ ਸਾਹਿਬ ਆ ਕੇ ਧਮਕੀ ਭਰੇ ਲਹਿਜ਼ੇ ਨੂੰ ਪਤਾ ਨਹੀਂ ਕਿਹਨੂੰ ਕਹਿ ਰਹੇ ਆ ਕਿ ਜੇ ਪ੍ਰਧਾਨ ਬਾਰੇ ਕੁਝ ਕਿਹਾ ਤੇ ਹਿਸਾਬ ਲਾ ਲਿਆ ਜੇ ਆਪਦਾ। ਪਿੱਛੇ ਮੀਡੀਆ ਤੇ ਆਪਦਾ ਗੁੱਸਾ ਕੱਢ ਜਾਂਦੇ ਆ ਕਿ ਭਾਈ ਜਿਹੜੀ ਭਗਵੰਤ ਮਾਨ ਸਾਹਿਬ ਦੇ ਘਰੇ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ, ਜੋ ਮਹਾਰਾਜ ਦਾ ਸਰੂਪ ਜਾਂਦਾ ਉਹਦੀ ਬੇਅਦਬੀ ਹੋਈ। ਜੇ ਕਿਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਤਾਂ ਪੱਤਰਕਾਰਾਂ ਨੇ ਐਂ ਕਰ ਦੇਣਾ ਸੀ, ਉਹ ਕਰ ਦੇਣਾ ਸੀ, ਫਲਾਨਾ ਕਰ ਦੇਣਾ ਸੀ। ਇਸ ਗੱਲ ਦੇ ਬਾਅਦ ਜੋ ਇੱਕ ਨਿੱਜੀ ਟੀਵੀ ਚੈਨਲ ਦੇ ਉੱਤੇ ਜਲੂਸ ਨਿਕਲਿਆ, ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੈਠ ਕੇ ਵਿਚਾਰਨਾ ਪਊਗਾ। ਮਨਪ੍ਰੀਤ ਇਆਲੀ ਉਸ ਹਨੇਰੀ ਜਿਹੜੀ ਆਮ ਆਦਮੀ ਪਾਰਟੀ ਦੀ ਵਗੀ ਜਿਹਦੇ ਵਿੱਚ ਅਕਾਲੀ ਦਲ 3 ਤੇ ਰਹਿ ਗਿਆ, ਉਸ 3 ਚੋਂ ਵੀ ਇੱਕ ਆਪਦੀ ਸੀਟ ਬਚਾਉਣ 'ਚ ਕਾਮਯਾਬ ਹੋਇਆ। ਜਿਨ੍ਹਾਂ 'ਚ ਲੋਕਾਂ ਨੇ 2 ਸਾਲਾਂ 'ਚ 2 ਵਾਰੀ ਭਰੋਸਾ ਜਤਾਤਾ ਤੇ ਉਹਨਾਂ ਨੂੰ ਵਿਰਸਾ ਸਿੰਘ ਵਲਟੋਆ ਜਿਹੜੇ ਉਹ ਕਹਿੰਦੇ ਆ ਕਿ ਕੱਲ ਦਾ ਆਇਆ ਤੂੰ ਪਾਰਟੀ ਵਾਸਤੇ ਕੀਤਾ ਹੀ ਕੀ ਹੈ। ਤੇ ਜਿਨ੍ਹਾਂ ਨੇ ਪਾਰਟੀ ਵਾਸਤੇ ਕੀਤਾ ਤੇ ਫਿਰ ਉਹਨਾਂ ਨੂੰ ਲੋਕਾਂ ਨੇ ਚੁਣਿਆ ਕਿਉਂ? ਗੱਲ ਇਹ ਹੈ ਰਮਨ ਕਿ ਅਕਾਲੀ ਦਲ ਦੇ ਲੀਡਰਸ ਨੂੰ ਇਹ ਬੈਠ ਕੇ ਵਿਚਾਰਨਾ ਪਊਗਾ ਕਿ ਉਹ ਆਖਰ ਪਾਰਟੀ ਨੂੰ ਕਿਸ ਦਿਸ਼ਾ 'ਚ ਲੈ ਕੇ ਜਾਣਾ ਚਾਹੁੰਦੇ। ਕੀ ਇਹ ਰਾਈਟ ਵੇ ਹੈ ਪਾਰਟੀ ਨੂੰ ਖੜੇ ਕਰਨ ਦਾ? ਅਕਾਲੀ ਦਲ ਇੱਕ ਡੈਮੋਕ੍ਰੈਟਿਕ ਪਾਰਟੀ ਸੀ, ਉਸ ਡੈਮੋਕ੍ਰੇਸੀ ਦਾ ਸਬੂਤ ਸੀ। ਔਰ ਇਹ ਵੀ ਤੁਹਾਨੂੰ ਦੱਸਾਂ, ਵਿਕਰਮ ਮਜੀਠੀਆ ਨੂੰ ਮਾਝੇ ਦਾ ਜਰਨੈਲ ਕਿਹਾ ਤਾਂ ਜਾਂਦਾ ਹੈ, ਪਰ ਮਾਲਵੇ 'ਚ ਵੀ ਵਿਕਰਮ ਮਜੀਠੀਆ ਦੀ ਆਪਣੀ ਲੌਬਿੰਗ ਬੜੀ ਸਟਰੋਂਗ ਹੈ, ਖਾਸ ਤੌਰ ਤੇ ਲੁਧਿਆਣਾ। ਲੋਕ ਕਹਿ ਰਹੇ ਕਿ ਤੁਸੀਂ ਰਾਈਟ ਲੀਡਰਸ਼ਿਪ ਤੇ ਰਾਈਟ ਤਰੀਕੇ ਦੇ ਨਾਲ ਆਓ, ਅਸੀਂ ਪੰਥਕ ਪੋਲਿਟਿਕਸ ਨੂੰ ਸਟਰੋਂਗ ਕਰਨਾ ਚਾਹੁੰਦੇ ਹਾਂ। ਸਾਡੇ ਕੋਲੇ ਜਿਹੜੀਆਂ 3 ਪਾਰਟੀਆਂ ਉਹ ਦਿੱਲੀ ਤੋਂ ਚੱਲ ਰਹੀਆਂ, ਤੁਸੀਂ ਦੁਬਾਰਾ ਚੀਜ਼ਾਂ ਨੂੰ ਪਲਟ ਸਕਦੇ ਹੋ। ਤਾਂ ਫਿਰ ਤੁਸੀਂ ਆਪਸ 'ਚ ਲੜ ਕੇ ਜਨਾਜ਼ਾ ਕਿਉਂ ਕੱਢ ਰਹੇ ਹੋ? ਲੋਕ ਇਹ ਚਾਹੁੰਦੇ ਆ ਕਿ ਬਾਦਲ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਕੋਲੇ ਪ੍ਰਧਾਨਗੀ ਜਾਵੇ ਔਰ ਉਹ ਲੀਡ ਕਰਨ। ਤਾਂ ਕੀ ਇਨਸਿਕਿਉਰ ਹੈ ਬਾਦਲ ਪਰਿਵਾਰ ਕੇ ਸਾਡੇ ਹੱਥੋਂ ਖੇਡ ਚਲੀ ਜਾਊਗੀ? ਸੁਖਬੀਰ ਬਾਦਲ ਆਪਣੀ ਕੈਪੇਬਿਲਿਟੀ ਦੇ ਉੱਤੇ ਭਰੋਸਾ ਕਰਨ। ਸੁਖਬੀਰ ਬਾਦਲ ਪਿਛਲੀਆਂ ਗਲਤੀਆਂ ਨੂੰ ਸੁਧਾਰ ਲੈਣ। ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇਸ ਗੱਲੋਂ ਇਹ ਸਮਝਦੇ ਸੀ ਕਿ ਜਗਮੀਤ ਬਰਾੜ ਹੋ ਸਕਦਾ ਸਾਨੂੰ ਕਿਸੇ ਵੇਲੇ ਵੀ ਧੋਖਾ ਦੇ। ਉਹੀ ਜਗਮੀਤ ਬਰਾੜ ਜਿਹੜੇ ਨੇ ਉਹਨਾਂ ਨੇ ਚਿੱਠੀ ਪਾਈ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਹ ਦਿੱਤਾ ਜਾਵੇ ਔਰ ਅਕਾਲੀ ਦਲ ਸਟਰੋਂਗ। ਤੁਸੀਂ ਟੀਵੀ ਪਲੇਟਫਾਰਮ ਦੇ ਆ ਕੇ ਪਾਰਟੀ ਦਾ ਸਿਰਫ ਨੁਕਸਾਨ ਕਰ ਰਹੇ ਹੋ, ਪਾਰਟੀ ਦੀ ਇਹਦੇ 'ਚ ਬਿਹਤਰੀ ਨਹੀਂ। ਸਤਿ ਸ਼੍ਰੀ ਅਕਾਲ। ਸਿਆਸਤ ਲਾਈਵ ਦੇ ਵਿੱਚ ਸਵਾਗਤ। ਮੈਂ ਹਾਂ ਰਮਨ ਤੂਰ। ਵਿਰਸਾ ਸਿੰਘ ਵਲਟੋਹਾ ਤੇ ਮਨਪ੍ਰੀਤ ਇਆਲੀ ਹੋਰਾਂ ਦੇ ਵਿੱਚ ਨਵਾਂ ਵਿਵਾਦ ਛਿੜ ਚੁੱਕਿਆ ਹੋਇਆ। ਇਹ ਵਿਵਾਦ ਅਸਲ ਦੇ ਵਿੱਚ ਹੈ ਕੀ ਤੇ ਕਿਉਂ ਛਿੜਿਆ ਹੋਇਆ, ਇਸ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਨਿਊਜ਼ ਐਡੀਟਰ ਸਿਮਰਨਜੋਤ ਸਿੰਘ ਮੱਕੜ ਹੋਰੀ ਮੌਜੂਦ ਨੇ। ਆਓ ਕਰਦੇ ਹਾਂ ਗੱਲਬਾਤ। ਬਹੁਤ ਬਹੁਤ ਸਵਾਗਤ ਸਰ ਜੀ। ਰਮਨ, ਅਸਲ ਦੇ ਵਿੱਚ ਜਿਹੜਾ ਇਹ ਵਿਵਾਦ ਛਿੜਿਆ ਹੋਇਆ, ਇਹ ਮੰਨਿਆ ਹੀ ਜਾ ਰਿਹਾ ਹੈ ਕਿ ਡਬਲ ਜਿਹੜਾ ਵਿਵਾਦ ਹੈ, ਪਰ ਤੀਜਾ ਪਰਸਨ ਇਹਦੇ ਵਿੱਚ ਇੱਕ ਨਵਾਂ ਜਿਹੜਾ ਨਾਮ ਜੁੜਿਆ ਹੋਇਆ, ਕੌਣ ਨੇ ਤੇ ਵਿਵਾਦ ਕਿਸ ਚੀਜ਼ ਨੂੰ ਲੈ ਕੇ ਹੈਗਾ ਅਸਲ ਦੇ ਵਿੱਚ? ਨਹੀਂ ਰਮਨ, ਦੇਖੋ ਅਕਾਲੀ ਦਲ ਤੇ ਕ੍ਰਾਈਸਿਸ ਪਹਿਲਾਂ ਵੀ ਆਉਂਦੇ ਰਹੇ ਹੈ ਪਾਸਟ ਦੇ ਵਿੱਚ ਵੀ, ਪਰ ਇਸ ਤਰ੍ਹਾਂ ਦਾ ਕ੍ਰਾਈਸਿਸ ਅਕਾਲੀ ਦਲ ਤੇ ਪਹਿਲੀ ਵਾਰ ਆਇਆ ਜੀ, ਜਿੱਥੇ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠੇ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਮਨਪ੍ਰੀਤ ਇਆਲੀ ਸਿੱਧੇ ਤੌਰ ਤੇ ਸਵਾਲ ਉਠਾਉਂਦੇ ਆ ਜੀ। ਉਹਨਾਂ ਦੇ ਡਿਫੈਂਸ ਦੇ ਵਿੱਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਕੇ ਖੜ ਜਾਂਦੀ ਹੈ ਔਰ ਵਿਕਰਮ ਮਜੀਠੀਆ ਦੀ ਐਨ ਮੌਕੇ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਜੀ, ਇਹ ਸਾਰਾ ਕੁਝ ਇੰਟਰਕਨੈਕਟਡ ਹੈ। ਇਹਨੂੰ ਤੁਸੀਂ ਆਈਸੋਲੇਟ ਕਰਕੇ ਅੱਡ-ਅੱਡ ਕਰਕੇ ਨਹੀਂ ਦੇਖ ਸਕਦੇ। ਹੁਣ ਮਨਜਿੰਦਰ ਸਿੰਘ ਸਰਸਾ ਸਾਹਿਬ ਜਦੋਂ ਦੇ ਬੀਜੇਪੀ ਦੇ ਵਿੱਚ ਗਏ ਆ, ਆਮ ਬੰਦਿਆਂ ਨੂੰ, ਲੋਕਾਂ ਨੂੰ ਪਹਿਲਾਂ ਇਹ ਲੱਗਿਆ ਸੀ ਕਿ ਸ਼ਾਇਦ ਇਹ ਗਿਣੀ ਮਿੱਥੀ ਸਾਜ਼ਿਸ਼ ਹੈ, ਇਹ ਰਲ ਕੇ ਖੇਡਿਆ ਜਾ ਰਿਹਾ ਕਿ ਜਿਹੜੇ ਮਨਜਿੰਦਰ ਸਰਸਾ ਸੁਖਬੀਰ ਬਾਦਲ ਦੇ ਇੰਨੇ ਨੇੜੇ ਸੀ ਜੀ ਜੀ, ਉਹ ਮਨਜਿੰਦਰ ਸਰਸਾ ਇੱਕਦਮ ਬੀਜੇਪੀ ਚੋਣਾਂ ਤੋਂ ਪਹਿਲਾਂ ਚਲੇ ਗਏ। ਬਿਲਕੁਲ। ਤੇ ਲੱਗਿਆ ਕਿ ਸ਼ਾਇਦ ਬਾਅਦ ਦੇ ਵਿੱਚ ਜੋੜ ਘਟਾ ਦੀ ਰਾਜਨੀਤੀ ਹੋਊਗੀ ਤੇ ਫਿਰ ਆ ਜਾਂਦੀਆਂ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀਆਂ ਚੋਣਾਂ ਜੀ, ਜਿੱਥੇ ਅਕਾਲੀ ਦਲ ਵੋਟ ਪਾਉਂਦਾ ਐਨਡੀਏ ਦੇ ਉਮੀਦਵਾਰ ਜਿਹੜੇ ਹੁਣ ਸਾਡੇ
ਮਾਨਯੋਗ ਰਾਸ਼ਟਰਪਤੀ ਦੇਸ਼ ਦੇ ਦ੍ਰੌਪਦੀ ਮੁਰਮੂ ਜੀ ਬਣੇ ਆ ਜੀ, ਤੇ ਉਪ ਰਾਸ਼ਟਰਪਤੀ ਨੂੰ ਪਾਉਂਦਾ ਹੈ ਤੇ ਮਨਪ੍ਰੀਤ ਇਆਲੀ ਸਕਿਪ ਕਰ ਜਾਂਦੇ ਕਿ ਮੈਂ ਮੇਰੀ ਜ਼ਮੀਰ ਦਾ ਇਜਾਜ਼ਤ ਨਹੀਂ ਦਿੰਦੀ, ਮੈਂ ਵੋਟ ਨਹੀਂ ਪਾਉਣ ਜਾਂਦਾ। ਬਿਲਕੁਲ। ਗੱਲ ਸਾਰੀ ਇੱਥੋਂ ਸ਼ੁਰੂ ਨਹੀਂ ਹੁੰਦੀ। ਉਸ ਤੋਂ ਬਾਅਦ ਮਾਝੇ ਦੇ ਕੁਝ ਲੀਡਰਸ ਦੇ ਨਾਲ ਮਨਪ੍ਰੀਤ ਇਆਲੀ ਦਾ ਰਾਬਤਾ ਕਾਇਮ ਹੁੰਦਾ ਹੈ। ਮਨਪ੍ਰੀਤ ਇਆਲੀ ਆਪਦੀ ਲੌਬੀ ਸਟਰੋਂਗ ਕਰਦੇ ਹੈ ਜੀ। ਬਹੁਤ ਸਾਰੇ ਲੀਡਰ ਦੱਬੀ ਜ਼ਬਾਨ ਦੇ ਵਿੱਚ ਇਹ ਕਹਿੰਦੇ ਆ ਕਿ ਹਾਂ ਹੁਣ ਅਕਾਲੀ ਦਲ ਨੂੰ ਜੇ ਬਚਾਉਣਾ ਹੈ ਤਾਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹ ਦੇਣਾ ਚਾਹੀਦਾ ਹੈ। ਪਰ ਜਿਹੜੇ ਪੁਰਾਣੇ ਲੀਡਰ ਸੀ ਅਕਾਲੀ ਦਲ ਦੇ, ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਲ ਪਲ ਤੁਰਦੇ ਆਏ ਜੀ, ਉਹਨਾਂ ਚੋਂ ਭੁੰਦੜ ਸਾਹਿਬ ਦਾ ਨਾਂ ਸਭ ਤੋਂ ਮੂਹਰਲੀ ਕਤਾਰ ਚ ਆਉਂਦਾ ਜੀ। ਉਹ ਆ ਕੇ ਸੁਖਬੀਰ ਬਾਦਲ ਦੇ ਹੱਕ 'ਚ ਖੜ ਜਾਂਦੇ ਕਿ ਨਹੀਂ ਪ੍ਰਧਾਨ ਸੁਖਬੀਰ ਬਾਦਲ ਰਹਿਣਗੇ ਜੀ। ਮਨਪ੍ਰੀਤ ਇਆਲੀ ਦੀ ਲੌਬੀ ਹੋਰ ਸਟਰੋਂਗ ਹੁੰਦੀ ਹੈ ਜੀ। ਖਬਰਾਂ ਆਉਣ ਲੱਗ ਜਾਂਦੀਆਂ ਕਿ ਮਨਪ੍ਰੀਤ ਇਆਲੀ ਜਿਹੜੇ ਨੇ ਉਹ ਮਨਜਿੰਦਰ ਸਰਸਾ ਦੇ ਨਾਲ ਮੁਲਾਕਾਤ ਕਰਕੇ ਆਏ ਆ ਜੀ। ਪ੍ਰੈਸ ਕਾਨਫਰੰਸ ਦੇ ਵਿੱਚ ਵਲਟੋਆ ਸਾਹਿਬ ਆ ਕੇ ਧਮਕੀ ਭਰੇ ਲਹਿਜ਼ੇ ਨੂੰ ਪਤਾ ਨਹੀਂ ਕਿਹਨੂੰ ਕਹਿ ਰਹੇ ਆ ਕਿ ਜੇ ਪ੍ਰਧਾਨ ਬਾਰੇ ਕੁਝ ਕਿਹਾ ਤੇ ਹਿਸਾਬ ਲਾ ਲਿਆ ਜੇ ਆਪਦਾ। ਹੁਣ ਇਹ ਧਮਕੀ ਕਿਹਨੂੰ ਸੀ ਜੀ। ਵਿੱਚ ਹੀ ਮੀਡੀਆ ਤੇ ਆਪਦਾ ਗੁੱਸਾ ਕੱਢ ਜਾਂਦੇ ਆ ਵੀ ਭਾਈ ਜਿਹੜੀ ਭਗਵੰਤ ਮਾਨ ਸਾਹਿਬ ਦੇ ਘਰੇ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਜੀ, ਜੋ ਮਹਾਰਾਜ ਦਾ ਸਰੂਪ ਜਾਂਦਾ ਉਹਦੀ ਬੇਦਬੀ ਹੋਈ। ਜੇ ਕਿਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਤਾਂ ਪੱਤਰਕਾਰਾਂ ਨੇ ਐ ਕਰ ਦੇਣਾ ਸੀ, ਉਹ ਕਰ ਦੇਣਾ ਸੀ, ਫਲਾਨਾ ਕਰ ਦੇਣਾ ਸੀ ਜੀ। ਉਹ ਗੁੱਸੇ ਦੇ ਵਿੱਚ ਪੂਰੀ ਪ੍ਰੈਸ ਕਾਨਫਰੰਸ ਕਰ ਜਾਂਦੇ ਤੇ ਉਦੋਂ ਬਾਅਦ ਮਨਪ੍ਰੀਤ ਇਆਲੀ ਤੇ ਵੀ ਤਵਾ ਧਰ ਦਿੰਦੇ ਕਿ ਸਾਡੇ ਚੋਂ ਹੀ ਉੱਠਿਆ ਇੱਕ ਨਵਾਂ ਜੀ। ਇਸ ਗੱਲ ਦੇ ਬਾਅਦ ਜੋ ਇੱਕ ਨਿੱਜੀ ਟੀਵੀ ਚੈਨਲ ਦੇ ਉੱਤੇ ਜਲੂਸ ਨਿਕਲਿਆ ਜੀ, ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੈਠ ਕੇ ਵਿਚਾਰਨਾ ਪਊਗਾ ਕਿ ਅੱਜ ਸਮਾਂ ਹੈ ਕਿ ਲੋਕਾਂ 'ਚ ਇਹ ਵਿਸ਼ਵਾਸ ਜਤਾਇਆ ਜਾਵੇ ਕਿ ਅਕਾਲੀ ਦਲ ਪੰਜਾਬ ਦੇ ਅਸਲ ਮੁੱਦਿਆਂ ਤੇ ਲੜਨ ਵਾਲੀ ਪਾਰਟੀ ਹੈ। ਅਕਾਲੀ ਦਲ ਹਲੀਮੀ ਤੇ ਸਿੱਖ ਕੌਮ ਦੀ ਨੁਮਾਇੰਦਗੀ ਵਾਲੀ ਪਾਰਟੀ ਹੈ। ਬਿਲਕੁਲ। ਇਸ ਤਰ੍ਹਾਂ ਦਾ ਵਰਤਾਰਾ ਤੇ ਇੱਕ ਦੂਜੇ ਦੇ ਉੱਤੇ ਮਨਪ੍ਰੀਤ ਇਆਲੀ ਲੋਕਾਂ ਦੇ ਦਿਲਾਂ 'ਚ ਚੰਗੀ ਇਮੇਜ ਵਾਲੇ ਲੀਡਰ ਦੇ ਵਜੋਂ ਜਾਣੇ ਜਾਂਦੇ ਆ ਜੀ। ਲੋਕ ਪਿਆਰ ਕਰਦੇ ਹਲਕੇ ਦੇ ਤਾਂ ਬਾਈ ਇਲੈਕਸ਼ਨ ਜਿੱਤ ਕੇ ਉਹਨਾਂ ਨੇ ਸਬੂਤ ਦੇਤਾ। ਬਿਲਕੁਲ ਸਹੀ। ਮਨਪ੍ਰੀਤ ਇਆਲੀ ਉਸ ਨੇਰੀ ਜਿਹੜੀ ਆਮ ਆਦਮੀ ਪਾਰਟੀ ਦੀ ਵਗੀ ਜਿਹਦੇ ਵਿੱਚ ਅਕਾਲੀ ਦਲ 3 ਤੇ ਰਹਿ ਗਿਆ ਜੀ, ਉਸ ਤਿੰਨਾਂ ਚੋਂ ਵੀ ਇੱਕ ਆਪਦੀ ਸੀਟ ਬਚਾਉਣ 'ਚ ਕਾਮਯਾਬ ਹੁੰਦੇ। ਬਿਲਕੁਲ। ਪਾਰਟੀ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਗੂ ਥਾਪਦੀ ਹੈ ਤੇ ਉਹੀ ਮਨਪ੍ਰੀਤ ਇਆਲੀ ਜਿਹੜਾ ਨੂੰ ਤੁਸੀਂ ਆਗੂ ਥਾਪਿਆ, ਜਿਹੜੇ ਆਪਦੀ ਸੀਟ ਬਚਾਉਣ 'ਚ ਕਾਮਯਾਬ ਹੋਏ, ਜਿਨ੍ਹਾਂ 'ਚ ਲੋਕਾਂ ਨੇ 2 ਸਾਲਾਂ 'ਚ 2 ਵਾਰੀ ਭਰੋਸਾ ਜਤਾਤਾ ਤੇ ਉਹਨਾਂ ਨੂੰ ਵਿਰਸਾ ਸਿੰਘ ਵਲਟੋਆ ਜਿਹੜੇ ਉਹ ਕਹਿੰਦੇ ਆ ਕਿ ਕੱਲ ਦਾ ਆਇਆ ਤੂੰ ਪਾਰਟੀ ਵਾਸਤੇ ਕੀਤਾ ਹੀ ਕੀ ਹੈ। ਤੇ ਜਿਨ੍ਹਾਂ ਨੇ ਪਾਰਟੀ ਵਾਸਤੇ ਕੀਤਾ ਹੈ ਤੇ ਫਿਰ ਉਹਨਾਂ ਨੂੰ ਲੋਕਾਂ ਨੇ ਚੁਣਿਆ ਕਿਉਂ ਨਹੀਂ ਜੀ? ਇਹ ਬੜਾ ਵੱਡਾ ਸਵਾਲ ਹੈ। ਮਨਜਿੰਦਰ ਸਰਸਾ ਆ ਕੇ ਕਹਿ ਦਿੰਦੇ ਆ ਜੀ ਮੈਂ ਕੋਈ ਮੁਲਾਕਾਤ ਮਨਪ੍ਰੀਤ ਇਆਲੀ ਨਾਲ ਨਹੀਂ ਕੀਤੀ। ਵਲਟੋਆ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੋਸ਼ ਲਾਇਆ ਜੀ। ਹੁਣ ਜਦੋਂ ਉਹ ਕਹਿੰਦੇ ਆ ਤੇ ਉਹ ਨਿੱਜੀ ਚੈਨਲ ਦੇ ਉੱਤੇ ਆਪਸ ਦੇ ਵਿੱਚ ਜਦੋਂ ਇਹ ਲੜਦੇ ਆ, ਬਹਿਸ ਹੁੰਦੀ ਹੈ ਤੇ ਉਸ ਬਹਿਸ ਦੇ ਵਿੱਚ ਜਦੋਂ ਪੱਤਰਕਾਰ ਸਾਹਿਬਾਨ ਇਹ ਪੁੱਛਦੇ ਨੇ, ਬੜੇ ਸੀਨੀਅਰ ਜਰਨਲਿਸਟ ਨੇ ਪੰਜਾਬ ਦੇ ਜੀ, ਉਹ ਪੁੱਛਦੇ ਆ ਜੀ ਵੀ ਮਨਜਿੰਦਰ ਸਰਸਾ ਨਾਲ ਤੁਸੀਂ ਮਨਪ੍ਰੀਤ ਇਆਲੀ ਦੇ ਮਿਲਣ ਦੇ ਦੋਸ਼ ਲਾਏ। ਵਲਟੋਆ ਸਾਹਿਬ ਕਹਿੰਦੇ ਮੈਂ ਨਾਂ ਕਦੋਂ ਲਿਆ, ਵੀ ਕੌਣ ਮਿਲਿਆ ਜੀ? ਤੇ ਫਿਰ ਜੇ ਤੁਸੀਂ ਇਆਲੀ ਦਾ ਨਾਂ ਨਹੀਂ ਲਿਆ ਤੇ ਜੇ ਕੋਈ ਹੋਰ ਮਿਲਿਆ ਨਹੀਂ ਮਿਲਿਆ, ਉਹ ਰੈਲੇਵੈਂਸ ਕਿਵੇਂ ਹੈ? ਜੇ ਕੋਈ ਛੋਟਾ ਲੀਡਰ ਮਿਲ ਵੀ ਆਇਆ ਤੇ ਰੋਜ਼ ਹੀ ਲੀਡਰ ਬੀਜੇਪੀ 'ਚ ਤੁਰੇ ਜਾਂਦੇ ਆ, ਫਿਰ ਇਹਨਾਂ ਰੌਲਾ ਕਿਉਂ ਹੈ? ਤੇ ਫਿਰ ਜੇ ਤੁਸੀਂ ਉਹਨਾਂ ਦਾ ਨਾਂ ਨਹੀਂ ਲਿਆ ਤੇ ਜੇ ਇਸ਼ਾਰਾ ਵੀ ਉਹਨਾਂ ਵੱਲ ਨਹੀਂ ਕੀਤਾ ਤੇ ਫਿਰ ਇਆਲੀ ਕਿਉਂ ਹੋਈ ਪਈ ਹੈ? ਗੱਲ ਇਹ ਹੈ ਰਮਨ ਕਿ ਅਕਾਲੀ ਦਲ ਦੇ ਲੀਡਰਸ ਨੂੰ ਇਹ ਬੈਠ ਕੇ ਵਿਚਾਰਨਾ ਪਊਗਾ ਕਿ ਉਹ ਆਖਰ ਪਾਰਟੀ ਨੂੰ ਕਿਸ ਦਿਸ਼ਾ 'ਚ ਲੈ ਕੇ ਜਾਣਾ ਚਾਹੁੰਦੇ ਆ ਜੀ। ਕੀ ਇਹ ਰਾਈਟ ਵੇ ਹੈ ਪਾਰਟੀ ਨੂੰ ਖੜੇ ਕਰਨ ਦਾ? ਪੰਜਾਬ ਦੇ ਚਿੰਤਕ, ਬੁੱਧੀਜੀਵੀ ਔਰ ਪੱਤਰਕਾਰ ਔਰ ਈਵਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਜੀ, ਤੁਸੀਂ ਉਹਨਾਂ ਨਾਲ ਕਦੇ ਕਮਰੇ ਦੇ ਅੰਦਰ ਬੈਠ ਕੇ ਅਨਅਫੀਸ਼ੀਅਲ ਗੱਲ ਕਰੋ ਨਾ, ਉਹ ਵੀ ਇਹ ਕਹਿੰਦੇ ਆ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ ਪੰਜਾਬ ਲਈ। ਐ ਮਜ਼ਬੂਤ ਹੋਣਗੇ ਟੀਵੀ ਚੈਨਲਾਂ ਦੇ ਉੱਤੇ ਆ ਕੇ ਤੂੰ ਮੈਂ ਨਾਲ ਮਜ਼ਬੂਤ ਹੋਣਗੇ ਜੀ, ਔਰ ਡਿਫੈਂਸ ਕਰ ਰਹੇ ਹੋ ਤੁਸੀਂ ਜੀ। ਅਕਾਲੀ ਦਲ ਇੱਕ ਡੈਮੋਕ੍ਰੈਟਿਕ ਪਾਰਟੀ ਸੀ, ਉਸ ਡੈਮੋਕ੍ਰੇਸੀ ਦਾ ਸਬੂਤ ਦਿਓ ਜੀ। ਮੈਨੂੰ ਲੱਗਦਾ ਕਿ ਮਨਪ੍ਰੀਤ ਇਆਲੀ ਨੂੰ ਵੀ ਇਹ ਸਾਰੀ ਗੱਲ ਜਿਹੜੀ ਹੈ ਰੱਖਣੀ ਜੀ, ਉਹ ਪਾਰਟੀ ਦੇ ਅੰਦਰ ਜ਼ਰੂਰ ਰੱਖਣੀ ਚਾਹੀਦੀ ਹੈ। ਬਾਹਰ ਰੌਲਾ ਉਹਨਾਂ ਨੇ ਵੀ ਲਾਈਵ ਹੋ ਕੇ ਪ੍ਰੋਪਰ ਆਪਣੀ ਜਿਹੜੀ ਸਫਾਈ ਰੌਲਾ ਪਾਉਣਾ ਚਾਹੀਦਾ ਹੈ ਜੀ। ਇਹ ਅਖੀਰ ਹੈ, ਲਾਸਟ ਹੈ, ਬਾਗੀ ਪੁਣਾ ਲਾਸਟ ਹੈ, ਸ਼ਾਇਦ ਉਹਨਾਂ ਦਾ ਲਾਸਟ ਹੋ ਗਿਆ ਹੋਵੇ, ਪਰ
ਇਸ ਪੂਰੀ ਕੜੀ ਦੇ ਵਿੱਚ ਮੈਂ ਇਹ ਸਮਝਦਾ ਕਿ ਬਿਕਰਮ ਸਿੰਘ ਮਜੀਠੀਆ ਦਾ ਬਾਹਰ ਆਉਣਾ ਇਹ ਹਵਾਵਾਂ ਦੇ ਰੁੱਖ ਅਕਾਲੀ ਦਲ 'ਚ ਤੈਅ ਕਰੂਗਾ ਜੀ। ਜਦੋਂ ਮਜੀਠੀਆ ਅੰਦਰ ਸੀ ਉਦੋਂ ਲੌਬੀ ਹੋਰ ਤਰ੍ਹਾਂ ਨਾਲ ਚੱਲ ਰਹੀ ਸੀ ਜੀ। ਮਜੀਠੀਆ ਦੇ ਬਾਹਰ ਆਉਣ ਦੇ ਨਾਲ ਮਜੀਠੀਆ ਦਾ ਵੀ ਆਪਣਾ ਇੱਕ ਔਰਾ ਹੈ ਔਰ ਮਜੀਠੀਆ ਆਪਣੇ ਤਰੀਕੇ ਦੇ ਨਾਲ ਚੱਲਦੇ ਹੈ ਜੀ। ਇਹ ਅਕਾਲੀ ਦਲ ਦੇ ਸਾਰੇ ਲੀਡਰ ਚੰਗੀ ਤਰ੍ਹਾਂ ਜਾਣਦੇ ਆ, ਨੇੜਲੇ ਲੋਕ ਚੰਗੀ ਤਰ੍ਹਾਂ ਜਾਣਦੇ ਆ। ਔਰ ਇਹ ਵੀ ਤੁਹਾਨੂੰ ਦੱਸਾਂ, ਬਿਕਰਮ ਮਜੀਠੀਏ ਨੂੰ ਮਾਝੇ ਦਾ ਜਰਨੈਲ ਕਿਹਾ ਤਾਂ ਜਾਂਦਾ ਹੈ, ਪਰ ਮਾਲਵੇ 'ਚ ਵੀ ਬਿਕਰਮ ਮਜੀਠੀਆ ਦੀ ਆਪਣੀ ਲੌਬਿੰਗ ਬੜੀ ਸਟਰੋਂਗ ਹੈ, ਖਾਸ ਤੌਰ ਤੇ ਲੁਧਿਆਣਾ ਜੀ। ਲੁਧਿਆਣਾ ਬਿਕਰਮ ਮਜੀਠੀਆ ਦਾ ਦੂਜਾ ਘਰ ਹੈ, ਗੜ੍ਹ ਹੈ ਜੀ। ਔਰ ਬਿਕਰਮ ਮਜੀਠੀਆ ਦਾ ਉਸ ਤੋਂ ਪਾਰ ਵੀ ਆਪਣਾ ਇੱਕ ਲੌਬਿੰਗ ਹੈ, ਇੱਕ ਉਹਨਾਂ ਦੀ ਆਪਣੀ ਕਾਡਰ ਜਿਹੜਾ ਬਿਕਰਮ ਮਜੀਠੀਆ ਨੂੰ ਰਿਪੋਰਟ ਕਰਦਾ ਉਹ ਹੈਗਾ ਜੀ। ਸੋ ਅਕਾਲੀ ਦਲ ਦੇ ਸਿਨੈਰੀਓ ਦੇ ਵਿੱਚ ਤੁਸੀਂ ਬਿਕਰਮ ਮਜੀਠੀਆ ਨੂੰ ਮਾਈਨਸ ਨਹੀਂ ਕਰ ਸਕਦੇ ਜੀ। ਮਨਪ੍ਰੀਤ ਇਆਲੀ ਦਾ ਜੋ ਕਹਿਣਾ ਹੈ, ਅਕਾਲੀ ਦਲ ਦੇ ਜੋ ਲੀਡਰ ਸੋਚ ਰਹੇ ਹੈ ਜੀ, ਉਹ ਮੈਂ ਜਿਵੇਂ ਪਹਿਲਾਂ ਕਹਿ ਕੇ ਇਹ ਹਵਾਵਾਂ ਦੇ ਰੁੱਖ ਬਿਕਰਮ ਮਜੀਠੀਆ ਤੈਅ ਕਰਨਗੇ। ਔਰ ਇਸ ਐਪੀਸੋਡ ਦੇ ਵਿੱਚ ਵੀ ਮੈਂ ਜੋ ਮਹਿਸੂਸ ਕਰਦਾ ਜੀ, ਬਿਕਰਮ ਸਿੰਘ ਮਜੀਠੀਆ ਬਹੁਤ ਇੰਪੋਰਟੈਂਟ ਕੜੀ ਨੇ ਜੀ। ਤੁਸੀਂ ਉਹਨਾਂ ਨੂੰ ਮਾਈਨਸ ਕਰਕੇ ਨਾ ਦੇਖੋ, ਇਹਦੇ ਵਿੱਚੋਂ ਤੁਹਾਨੂੰ ਉਹਨਾਂ ਨੂੰ ਵਿੱਚ ਰੱਖਣਾ ਪਊਗਾ। ਪਰ ਇਟ ਇਜ਼ ਸੈਡ ਸਟੇਟ ਆਫ ਅਫੇਅਰਸ ਕਿ ਜੋ ਅੱਜ ਅਕਾਲੀ ਦਲ ਦਾ ਹਾਲ ਹੋ ਰਿਹਾ, ਲੋਕ ਵਾਪਸ ਅਕਾਲੀ ਦਲ ਨੂੰ ਬਿਹਤਰ ਚਾਹਣਾ ਲੱਗੇ, ਆਵਾਜ਼ ਆਉਣ ਲੱਗੀ ਨਾ ਜੀ। ਇੱਕ ਦੌਰ ਆਇਆ ਜਦੋਂ ਲੋਕ ਤੁਹਾਡੇ ਖਿਲਾਫ ਹੋ ਗਏ ਜੀ। ਤੁਸੀਂ ਵੋਟਾਂ ਬਹੁਤ ਸਾਰੇ ਹਲਕਿਆਂ 'ਚ ਅਕਾਲੀ ਦਲ ਨੇ ਆਪਦਾ ਵੋਟ ਰਿਟੇਨ ਕੀਤਾ। ਮੈਂ ਮਲੋਟ ਦਾ ਜ਼ਿਕਰ ਕਰ ਰਿਹਾ ਸੀ, ਮੇਰਾ ਆਪਣਾ ਸ਼ਹਿਰ ਹੈ, ਥੋੜੇ ਦਿਨ ਪਹਿਲਾਂ ਗੱਲ ਹੋ ਰਹੀ ਸੀ, ਕਾਂਗਰਸ ਪਾਰਟੀ ਉੱਥੇ 13-14 ਹਜ਼ਾਰ ਵੋਟ ਸਾਰੀ ਲੈ ਕੇ ਗਈ ਜੀ, ਤੇ ਅਕਾਲੀ ਦਲ ਪਿਛਲੇ ਇਲੈਕਸ਼ਨ ਜਿੰਨੀ ਵੋਟ ਲੈ ਗਿਆ। ਸੋ ਇਹਦਾ ਮਤਲਬ ਅਕਾਲੀ ਦਲ ਨੇ ਆਪਦਾ ਵੋਟ ਬੈਂਕ ਰਿਟੇਨ ਕੀਤਾ। ਬਹੁਤ ਸਾਰੇ ਹਲਕੇ ਹੈ, ਗਿੱਦੜਵੇ ਦੇ ਵਿੱਚ ਤੁਸੀਂ ਦੇਖੋ ਰਾਜਾ ਵੜਿੰਗ ਦਾ ਮੁਕਾਬਲਾ ਹੀ ਅਕਾਲੀ ਦਲ ਦੇ ਨਾਲ ਸੀਗਾ ਜੀ। ਕਿੰਨੇ ਹਲਕਿਆਂ ਦੇ ਵਿੱਚ ਅਕਾਲੀ ਦਲ ਜਿਹੜਾ ਹੈ ਉਹ ਮਿਹਨਤ, ਜਿਹੜਾ ਉਹ ਨੈਰੇਟਿਵ ਬਣਿਆ ਨਾ ਲੋਕਾਂ 'ਚ ਜੀ, ਸਿਰਫ ਉਸ ਨੈਰੇਟਿਵ ਨੂੰ ਬਦਲਣ ਦੀ ਲੋੜ ਸੀ, ਤੇ ਹੁਣ ਤਾਂ ਲੋਕ ਆਪ ਤਿਆਰ ਹੋ ਰਹੇ ਆ ਜੀ। ਲੋਕ ਕਹਿ ਰਹੇ ਆ ਕਿ ਤੁਸੀਂ ਰਾਈਟ ਲੀਡਰਸ਼ਿਪ ਤੇ ਰਾਈਟ ਤਰੀਕੇ ਦੇ ਨਾਲ ਆਓ, ਅਸੀਂ ਪੰਥਕ ਪੋਲਿਟਿਕਸ ਨੂੰ ਸਟਰੋਂਗ ਕਰਨਾ ਚਾਹੁੰਦੇ ਆ। ਸਾਡੇ ਕੋਲੇ ਜਿਹੜੀਆਂ 3 ਪਾਰਟੀਆਂ ਉਹ ਦਿੱਲੀ ਤੋਂ ਚੱਲ ਰਹੀਆਂ ਜੀ। ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ, ਪਰ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀ ਹੈ ਜੀ। ਜਦੋਂ ਲੋਕ ਤਿਆਰ ਹੋ ਰਹੇ ਆ, ਵੇਵ ਬਣਨ ਨੂੰ ਤਿਆਰ ਖੜੀ ਹੈ ਤੁਹਾਡੇ ਹੱਕ ਦੇ ਵਿੱਚ, ਤੁਸੀਂ ਦੁਬਾਰਾ ਚੀਜ਼ਾਂ ਨੂੰ ਪਲਟ ਸਕਦੇ ਹੋ ਜੀ। ਤਾਂ ਫਿਰ ਤੁਸੀਂ ਆਪਸ 'ਚ ਲੜ ਕੇ ਜਨਾਜ਼ਾ ਕਿਉਂ ਕੱਢ ਰਹੇ ਹੋ? ਤੈਅ ਕਰਨਾ ਪਊ। ਹੋ ਸਕਦਾ ਤੁਸੀਂ ਨਿੱਜੀ ਤੌਰ ਤੇ ਸੁਖਬੀਰ ਬਾਦਲ ਨੂੰ ਹਟਾਉਣਾ ਨਹੀਂ ਚਾਹੁੰਦੇ, ਤੇ ਉਹ ਪੂਰੀ ਲੌਬੀ ਜਿਹੜੀ ਭੁੰਦੜ ਸਾਹਿਬ ਹੋਰੇ ਜਿਨ੍ਹਾਂ ਦੇ ਉੱਤੇ ਬਾਦਲ ਸਾਹਿਬ ਦੇ ਬੜੇ ਵੱਡੇ ਅਹਿਸਾਨ ਰਹੇ ਜੀ, ਉਹ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਖੜੇ ਹੋਣ ਜੀ। ਪਰ ਕੀ ਸੁਖਬੀਰ ਬਾਦਲ ਤੋਂ ਇਲਾਵਾ ਬਾਦਲ ਪਰਿਵਾਰ 'ਚ ਹੀ ਕੀ ਕੋਈ ਅਕਾਲੀ ਦਲ ਦਾ ਬਦਲ ਪਿਆ ਜੀ? ਕਿ ਬਿਕਰਮ ਮਜੀਠੀਆ, ਹਰਸਿਮਰਤ ਕੌਰ ਬਾਦਲ, ਕੀ ਉੱਥੇ ਬਦਲ ਪਿਆ? ਜਾਂ ਲੋਕ ਇਹ ਚਾਹੁੰਦੇ ਆ ਕਿ ਬਾਦਲ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਕੋਲੇ ਪ੍ਰਧਾਨਗੀ ਜਾਵੇ ਔਰ ਉਹ ਲੀਡ ਕਰਨ? ਤਾਂ ਕੀ ਇਨਸਿਕਿਉਰ ਹੈ ਬਾਦਲ ਪਰਿਵਾਰ ਕੇ ਸਾਡੇ ਹੱਥੋਂ ਖੇਡ ਚਲੀ ਜਾਊਗੀ? ਮੈਂ ਪਿਛਲੇ ਇੱਕ ਐਪੀਸੋਡ 'ਚ ਵੀ ਇਹ ਗੱਲ ਕੀਤੀ ਸੀ ਜੀ ਜੀ। ਸੁਖਬੀਰ ਬਾਦਲ ਆਪਣੀ ਕੈਪੇਬਿਲਿਟੀ ਦੇ ਉੱਤੇ ਭਰੋਸਾ ਕਰਨ ਜੀ। ਸੁਖਬੀਰ ਬਾਦਲ ਪਿਛਲੀਆਂ ਗਲਤੀਆਂ ਨੂੰ ਸੁਧਾਰ ਲੈਣ ਜੀ। ਅਕਾਲੀ ਦਲ ਨੂੰ ਉਹਨਾਂ ਹੱਥਾਂ ਦੇ ਵਿੱਚ ਦੇ ਕੇ ਜਿੱਥੋਂ ਪੰਥ ਦੀ ਪੋਲਿਟਿਕਸ ਰਿਵਾਈਵ ਹੁੰਦੀ ਹੈ, ਇਹ ਪੰਥ ਪੰਜਾਬ ਲਈ ਲਾਜ਼ਮੀ ਜ਼ਰੂਰੀ ਹੋਊਗਾ। ਇਹ ਜ਼ਰੂਰੀ ਹੈ ਕਿ ਵਾਪਸ ਅਕਾਲੀ ਦਲ ਉੱਥੇ ਲਿਆਂਦਾ ਜਾਵੇ। ਸਰਦਾਰ ਵਿਰਸਾ ਸਿੰਘ ਵਲਟੋਆ ਦੇ ਬਿਆਨ ਜਾਂ ਉਹ ਮਨਪ੍ਰੀਤ ਇਆਲੀ ਦੇ ਨਾਲ ਬਹਿਸ ਜਾਂ ਮਨਜਿੰਦਰ ਸਰਸਾ ਦੇ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਟੀਵੀ ਪਲੇਟਫਾਰਮ ਦੇ ਆ ਕੇ ਪਾਰਟੀ ਦਾ ਸਿਰਫ ਨੁਕਸਾਨ ਕਰ ਰਹੇ ਹੋ, ਪਾਰਟੀ ਦੀ ਇਹਦੇ 'ਚ ਬਿਹਤਰੀ ਨਹੀਂ ਹੋ ਰਹੀ। ਇੱਕ ਜਿਹੜਾ ਹੋਰ ਸਵਾਲ ਜ਼ਿਹਨ ਦੇ ਵਿੱਚ ਆ ਰਿਹਾ ਸੀ, ਜਦੋਂ ਵੀ ਕਦੇ ਪਹਿਲਾਂ ਖਾਸ ਤੌਰ ਤੇ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਦੀ ਆਪਸੀ ਖਾਨਾ ਜੰਗੀ ਚੱਲਦੀ ਸੀ, ਤੇ ਜਦੋਂ ਵੀ ਸਾਡੇ ਕੋਲੇ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਸਾਹਿਬਾਨ ਸੀਗੇ, ਜਦੋਂ ਵੀ ਕਦੇ ਫੋਨੋਂ ਆਪਾਂ ਲੈਂਦੇ ਸੀ ਜਾਂ ਕਦੇ ਵੀ ਲੀਡਰ ਸਾਹਿਬਾਨ ਦੇ ਨਾਲ ਇੰਟਰਵਿਊ ਹੁੰਦਾ ਸੀ, ਤੇ ਕਾਂਗਰਸ ਦੀ ਖਾਨਾ ਜੰਗੀ ਦਾ ਜਦੋਂ ਵੀ ਜ਼ਿਕਰ ਹੁੰਦਾ ਸੀ, ਤੇ ਉਹ ਹਮੇਸ਼ਾ ਇਹ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਦੀ ਪਾਰਟੀ ਦਾ ਕੱਖ ਵੀ ਇਸ ਲਈ ਨਹੀਂ ਰਹਿ ਰਿਹਾ ਕਿਉਂਕਿ ਆਪਸੀ ਏਕਾ ਹੈ ਨਹੀਂਗਾ, ਤੇ ਬਿਖਰ ਰਹੇ ਆ, ਤੇ ਇਸ ਲਈ ਇਹ ਹਾਲਾਤ ਬਣ ਗਏ ਆ। ਲੱਗਦਾ ਕਿ ਜੇ ਇਹ ਜਿਹੜੇ ਹਾਲਾਤ ਹੁਣ ਅਕਾਲੀ ਦਲ ਦੇ ਵਿੱਚ ਬਣ ਰਹੇ ਆ, ਜੇ ਇਹ ਹਾਲਾਤ ਇਦਾਂ ਹੀ ਬਣੇ ਰਹੇ, ਤੇ ਉਸ ਚੀਜ਼ ਤੋਂ ਸਬਕ ਜਿਹੜਾ ਹੁਣ ਅਕਾਲੀ ਦਲ ਨੂੰ ਲੈ ਲੈਣਾ ਚਾਹੀਦਾ ਸਮਾਂ ਰਹਿੰਦੇ। ਮੈਨੂੰ ਲੱਗਦਾ ਹੈ ਕਿ ਅਕਾਲੀ ਦਲ 'ਚ ਬੜੀ ਜਲਦੀ ਬਹੁਤ ਵੱਡੇ ਐਕਸ਼ਨਸ ਹੋਣਗੇ ਨੀਅਰ ਫਿਊਚਰ ਦੇ ਵਿੱਚ। ਕੁਝ ਬੰਦੇ ਟੁੱਟਣਗੇ, ਕੁਝ ਜੁੜਨਗੇ।
ਕਿਉਂਕਿ ਜਿਹੜੇ ਲੋਕ ਇਹ ਗੱਲਾਂ ਜਗਮੀਤ ਕਹਿ ਸਿੰਘ ਰਹੇ ਬਰਾੜ ਖਾਸ ਦਾ ਤੌਰ ਤੇ ਜਿਵੇਂ ਵਿਰਸਾ ਮੈਂ ਸਿੰਘ ਜ਼ਿਕਰ ਵਲਟੋਹਾ ਕਰਨਾ ਹੋਰਾਂ ਚਾਹੁੰਦਾ, ਨੇ ਬਹੁਤ ਪ੍ਰਤੀਕਿਰਿਆ ਦਿੱਤੀ ਹੋਈ ਆ। ਜਗਮੀਤ ਸਿੰਘ ਬਰਾੜ ਨੂੰ ਪੋਲੀਟੀਕਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੱਧ ਕੋਈ ਨਹੀਂ ਜਾਣਦਾ। ਬਾਦਲ ਪਰਿਵਾਰ ਨੂੰ ਹਰਾਉਣ ਵਾਲਾ ਜਗਮੀਤ ਸਿੰਘ ਬਰਾੜ ਰਿਹਾ ਜੀ, ਇਹਨਾਂ ਦਾ ਪਰਿਵਾਰ ਰਿਹਾ ਜੀ। ਔਰ ਮਾਲਵੇ ਦੇ ਵਿੱਚ ਜਗਮੀਤ ਬਰਾੜ ਦੀ ਪੋਲਿਟਿਕਸ ਠੀਕ ਹੈ, ਇੱਕ ਸਿਆਸੀ ਤੌਰ ਤੇ ਬੰਦੇ ਤੇ ਉਤਾਰ ਚੜਾਅ ਹੁੰਦੇ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਗਮੀਤ ਬਰਾੜ ਨੂੰ ਕਦੇ ਵੀ ਸਿਆਸੀ ਤੌਰ ਤੇ ਇਸ ਤਰ੍ਹਾਂ ਖੜੇ ਨਹੀਂ ਹੋਣ ਦਿੱਤਾ। ਸੁਖਬੀਰ ਬਾਦਲ ਨੇ ਆਪ ਹੀ ਮੌਕਾ ਦਿੱਤਾ ਉਹਨਾਂ ਨੂੰ ਪਾਰਟੀ ਚ ਆਉਣ ਦਾ ਤੇ ਉਹ ਆਪ ਹੀ ਖਿਲਾਫ ਹੋ ਗਏ। ਤੁਸੀਂ ਦੇਖੋ ਜੀ, ਇਹ ਗੱਲ ਸੱਚੀ ਹੈ ਜਾਂ ਨਹੀਂ ਹੈ, ਕਿਉਂਕਿ ਮੈਂ ਆਪਦੇ ਕੰਨੀ ਤਾਂ ਨਹੀਂ ਸੁਣੀ ਜੀ, ਪਰ ਅਕਾਲੀ ਦਲ ਦੇ ਸੋਰਸਸ ਦੱਸਦੇ ਕਿ ਪ੍ਰਕਾਸ਼ ਸਿੰਘ ਬਾਦਲ ਕਦੇ ਨਹੀਂ ਸੀ ਚਾਹੁੰਦੇ ਕਿ ਜਗਮੀਤ ਬਰਾੜ ਪਾਰਟੀ ਦੇ ਵਿੱਚ ਆਵੇ। ਉਹ ਜਿਸ ਤਰ੍ਹਾਂ ਦੀ ਪੋਲਿਟਿਕਸ ਦੇ ਲਈ ਜਾਣੇ ਜਾਂਦੇ ਹੈ, ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇਸ ਗੱਲੋਂ ਇਹ ਸਮਝਦੇ ਸੀ ਕਿ ਜਗਮੀਤ ਬਰਾੜ ਹੋ ਸਕਦਾ ਸਾਨੂੰ ਕਿਸੇ ਵੇਲੇ ਵੀ ਧੋਖਾ ਦੇਊਗਾ। ਇਹ ਗੱਲ ਅਕਾਲੀ ਦਲ ਦੇ ਬਾਦਲ ਪਰਿਵਾਰ ਦੇ ਨੇੜਲੇ ਬੰਦੇ ਕਹਿੰਦੇ ਆ ਜੀ। ਹੁਣ ਵਾਕਈ ਬਾਦਲ ਸਾਹਿਬ ਇਹ ਮਹਿਸੂਸ ਕਰਦੇ ਸੀ ਕਿ ਨਹੀਂ, ਇਹ ਉਹ ਜਾਣਦੇ ਆ, ਪਰ ਜਿਵੇਂ ਤੁਸੀਂ ਬਹਿਨੇ ਹੋ ਪੋਲੀਟੀਕਲ ਲੌਬੀਆਂ 'ਚ ਤਾਂ ਗੱਲਾਂ ਹੁੰਦੀਆਂ ਹੈ ਜੀ ਕਿ ਉਹ ਕਦੇ ਨਹੀਂ ਸੀ ਚਾਹੁੰਦੇ ਸੁਖਬੀਰ ਬਾਦਲ ਉਹਨਾਂ ਨੂੰ ਜਗਮੀਤ ਬਰਾੜ ਨੂੰ ਲੈ ਕੇ ਆਉਣ ਜੀ। ਔਰ ਉਹਨਾਂ ਨੇ ਤਾਂ ਇਹ ਸੋਚਿਆ ਕਿ ਅਕਾਲੀ ਦਲ ਸਟਰੋਂਗ ਹੋਊਗਾ। ਉਹੀ ਜਗਮੀਤ ਬਰਾੜ ਜਿਹੜੇ ਨੇ ਉਹਨਾਂ ਨੇ ਚਿੱਠੀ ਪਾਈ ਕਿ ਸੁਖਬੀਰ ਸਿੰਘ ਬਾਦਲ ਨੂੰ ਲਾ ਦਿੱਤਾ ਜਾਵੇ ਔਰ ਅਕਾਲੀ ਦਲ ਸਟਰੋਂਗ ਹੋਵੇ ਜੀ। ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੇ ਮੰਥਨ ਦੀ ਲੋੜ ਹੈ ਇੱਥੇ ਜੀ। ਕਈ ਵਾਰੀ ਇਹ ਹੁੰਦਾ ਕਿ ਤੁਸੀਂ ਚੀਜ਼ਾਂ ਕਰਦੇ ਜਾਂਦੇ ਹੋ ਔਰ ਤੁਹਾਨੂੰ ਕਿਉਂਕਿ ਪਾਸਟ ਤੁਹਾਡਾ ਇਦਾਂ ਦਾ ਰਿਹਾ, ਤੁਸੀਂ ਪਿਛਲੇ 30 ਸਾਲਾਂ 'ਚ ਉਸ ਤਰੀਕੇ ਦੇ ਨਾਲ ਪਾਰਟੀ ਚਲਾਈ ਹੈ ਜਿੱਥੇ ਤੁਹਾਡੇ ਖਿਲਾਫ ਬਗਾਵਤ ਨਹੀਂ ਹੁੰਦੀ ਸੀ ਜੀ, ਜਿੱਥੇ ਤੁਸੀਂ ਸੁਪਰੀਮ ਸੀਗੇ, ਜਿੱਥੇ ਤੁਹਾਡੇ ਫੈਸਲੇ ਚੈਲੰਜ ਨਹੀਂ ਹੁੰਦੇ ਰਹੇ। ਜੇ ਚੈਲੰਜ ਹੁੰਦੇ ਤਾਂ ਮੈਨੂੰ ਲੱਗਦਾ ਕਿ ਬਹੁਤ ਕੁਝ ਨਹੀਂ ਹੋਣਾ। ਮਨਜਿੰਦਰ ਸਰਸਾ ਨੇ ਉਸੇ ਨਿੱਜੀ ਚੈਨਲ ਤੇ ਵਿਰਸਾ ਸਿੰਘ ਵਲਟੋਹਾ ਨੂੰ ਇਹ ਗੱਲ ਵੀ ਕਹੀ ਹੈ ਕਿ ਜਦੋਂ ਵੀ ਪੰਥ ਦੀ ਗੱਲ ਲੈ ਕੇ ਤੁਸੀਂ ਮੇਰੇ ਨਾਲ ਜਾਂਦੇ ਰਹੇ ਆ, ਦੱਸੋ ਸੁਣਵਾਈ ਹੁੰਦੀ ਸੀ ਕਿ ਨਹੀਂ, ਤੇ ਉਹ ਅੱਗੋਂ ਬੋਲੇ ਨਹੀਂ ਫਿਰ ਕੁਝ ਜੀ ਜੀ। ਤਾਂ ਇਸ ਗੱਲ ਨੂੰ ਸਮਝਣਾ ਪਊਗਾ। ਗੱਲ ਇਹ ਨਹੀਂ ਹੈ, ਕਈ ਵਾਰੀ ਸਮਾਂ ਵੀ ਹੁੰਦਾ, ਕਈ ਵਾਰੀ ਤੁਸੀਂ ਨਾ ਚਾਹ ਕੇ ਵੀ ਕੁਝ ਕਰ ਰਹੇ ਹੋ, ਤੁਹਾਡੇ ਖਿਲਾਫ ਜਾਂਦਾ ਹੈ। ਅਕਾਲੀ ਦਲ ਨਾਲ ਉਸ ਤਰ੍ਹਾਂ ਦਾ ਹੋਇਆ। ਬੜੇ ਲੋਕ ਹੁਣ ਮੈਂ ਪਿਛਲੇ ਐਪੀਸੋਡ 'ਚ ਇੱਕ ਵਾਰੀ ਬੋਲਿਆ ਸੀ ਕਿ ਬੇਅਦਬੀ ਇਸ਼ੂ ਦੇ ਉੱਤੇ ਜੋ ਬਲੰਡਰ ਹੋ ਗਿਆ, ਬੇਅਦਬੀ ਅਕਾਲੀ ਦਲ ਨੇ ਨਹੀਂ ਕਰਵਾਈ ਤਾਂ ਬੇਅਦਬੀ ਕਰਵਾਉਣ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ, ਇਸ ਗੱਲ ਦਾ ਵੱਧ ਰੋਸ ਹੈ। ਬਿਲਕੁਲ। ਤਾਂ ਉਸ ਡੈਮੇਜ ਕੰਟਰੋਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਗਲਤੀ ਹੁੰਦੀ ਜੀ। ਕੁਛ ਨਹੀਂ ਹੈ। ਲੋਕ ਉਸ ਪੰਥਕ ਪੋਲਿਟਿਕਸ ਨੂੰ ਦੁਬਾਰਾ ਚਾਹੁੰਦੇ। ਪੰਜਾਬ 'ਚੋਂ ਸਪੇਸ ਹੈ। ਪੰਜਾਬ ਪੰਥ ਦੀ ਪੋਲਿਟਿਕਸ ਦੇ ਲਈ ਅੱਜ ਚਾਹੁੰਦਾ ਹੈ ਕਿ ਪੰਥਕ ਪੋਲਿਟਿਕਸ ਰਿਵਾਈਵ ਹੋਵੇ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਿੱਤਣਾ ਸਭ ਤੋਂ ਵੱਡਾ ਕਲਾਸਿਕ ਐਗਜ਼ਾਮਪਲ ਪਿਆ ਤੁਹਾਡੇ ਅੱਗੇ ਕਿ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੇ ਖਾਤਰ ਚੋਣ ਲੜਦਾ ਤੇ ਬਰਾਬਰ ਤੇ ਇੱਕ ਹੋਰ ਪੰਥਕ ਧਿਰ ਚੋਣ ਲੜਦੀ ਹੈ। ਪੰਜਾਬ ਨੇ ਉਸ ਵੇਲੇ ਜਦੋਂ 2 ਮਹੀਨੇ ਪਹਿਲਾਂ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ, ਉਹਨਾਂ ਨੇ ਪੰਥਕ ਪੋਲਿਟਿਕਸ ਨੂੰ ਚੂਜ਼ ਕੀਤਾ। ਤੇ ਫਿਰ ਇਹਦਾ ਮਤਲਬ ਕੀ ਹੋਇਆ? ਉਹ ਵੀ ਉਸ ਜ਼ਿਲ੍ਹੇ ਜਿੱਥੇ ਕਾਮਰੇਡ ਵੀ ਬਹੁਤ ਜ਼ਿਆਦਾ ਨੇ ਔਰ ਜੋ ਬਦਲਾਅ ਲਈ ਸਭ ਤੋਂ ਵੱਧ ਜਾਣਿਆ ਜਾਣ ਵਾਲਾ ਸੰਗਰੂਰ ਇਲਾਕਾ ਜਿਹਨੇ ਭਗਵੰਤ ਮਾਨ ਨੂੰ 2 ਵਾਰੀ ਇੰਨੀ ਵੱਡੀ ਲੀਡ ਤੋਂ ਜਿਤਾਇਆ, ਉਸ ਸੰਗਰੂਰ ਨੇ ਪੰਥਕ ਪੋਲਿਟਿਕਸ ਨੂੰ ਚੂਜ਼ ਕੀਤਾ। ਤਾਂ ਇੱਥੋਂ ਇਹ ਦੇਖਣਾ ਪਊਗਾ ਕਿ ਪੰਥਕ ਪੋਲਿਟਿਕਸ ਦੀ ਸਪੇਸ ਪੰਜਾਬ 'ਚ ਹੈ, ਰਹੂਗੀ। ਤੁਸੀਂ ਉਹਨੂੰ ਸਮਝਣਾ ਹੈ ਸਿਰਫ ਜੀ, ਔਰ ਤੁਸੀਂ ਐਕਟ ਕਰਨਾ ਹੈ, ਇੰਨੀ ਕੁ ਗੱਲ ਹੈ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਰੱਖਣ ਦੇ ਲਈ। ਸਿਆਸਤ ਲਾਈਵ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ। ਸ਼ੁਕਰੀਆ।